ਜਦੋਂ ਜਿਸ ਬਿਮਾਰੀ ਦੀ ਵਜ੍ਹਾ ਦੇ ਨਾਲ ਲੋਕ ਆਪਣੇ ਘਰਾਂ ਦੇ ਵਿੱਚ ਕਈ ਮਹੀਨਿਆਂ ਤੱਕ ਡੱਕੇ ਰਹੇ ਹੋਣ, ਜਿਸ ਦੀ ਵਜ੍ਹਾ ਦੇ ਨਾਲ ਕਈਆਂ ਨੇ ਆਪਣਿਆਂ ਨੂੰ ਬਹੁਤ ਚਹੇਤਿਆਂ ਨੂੰ ਗਵਾ ਦਿੱਤਾ ਹੋਵੇ, ਉਹ ਬਿਮਾਰੀ ਦੁਬਾਰਾ ਦਸਤਕ ਦੇਣ ਲੱਗੇ, ਫਿਰ ਫਰਕ ਤਾਂ ਪੈਂਦਾ ਹੈ। ਜੀ ਅੱਜ ਸ਼ੁਰੂਆਤ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਗੱਲ ਹੋਵੇਗੀ ਕਰੋਨਾ ਦੀ। ਇਹ ਗੱਲ ਹੋਣੀ ਇਸ ਕਰਕੇ ਜ਼ਰੂਰੀ ਹੈ ਕਿ ਸ਼ਾਇਦ ਲੱਗ ਰਿਹਾ ਹੋਵੇ ਕਿ ਕਰੋਨਾ ਚਲਾ ਗਿਆ, ਪਰ ਚੀਨ ਦੇ ਅੰਕੜੇ ਡਰਾਉਂਦੇ ਨੇ। ਚੀਨ ਦੇ ਵਿੱਚ ਕੀ ਕੁਝ ਸਥਿਤੀਆਂ ਉਹ ਤੁਹਾਨੂੰ ਦੱਸਾਂਗੇ, ਪਰ ਉਸ ਤੋਂ ਪਹਿਲਾਂ ਭਾਰਤ ਦੇ ਵਿੱਚ ਕੀ ਸਰਗਰਮੀ ਹੈ, ਜ਼ਿਕਰ ਉਸ ਦਾ। ਚੀਨ ਦੇ ਵਿੱਚ ਕਰੋਨਾ ਦੇ ਵਾਧੇ ਮਾਮਲੇ ਮੁੜ ਤੋਂ ਡਰਾਉਣ ਲੱਗੇ ਨੇ। ਇਸ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਅਲਰਟ ਦੇ ਉੱਤੇ ਹੈ। ਕੋਰੋਨਾ ਨੂੰ ਲੈ ਕੇ ਕੇਂਦਰੀ ਸਿਹਤ ਮੰਤਰੀ ਡਾਕਟਰ ਮਨਸੁਖ ਮੰਡਾਵੀਆ ਨੇ ਸੀਨੀਅਰ ਅਧਿਕਾਰੀਆਂ ਅਤੇ ਜਾਣਕਾਰਾਂ ਦੇ ਨਾਲ ਬੈਠਕ ਕੀਤੀ। ਮੀਟਿੰਗ ਤੋਂ ਬਾਅਦ ਨੀਤੀ ਆਯੋਗ ਦੇ ਡਾਕਟਰ ਵੀਕੇ ਪੌਲ ਨੇ ਲੋਕਾਂ ਨੂੰ ਭੀੜ-ਭਾੜ ਵਾਲੇ ਇਲਾਕੇ 'ਚ ਮਾਸਕ ਲਗਾਉਣ ਦੀ ਸਿਫਾਰਿਸ਼ ਕੀਤੀ ਹੈ। ਇਹ ਗੰਭੀਰ ਬਿਮਾਰੀਆਂ ਨਾਲ ਪੀੜਤ ਲੋਕਾਂ ਤੇ ਬਜ਼ੁਰਗਾਂ ਦੇ ਲਈ ਬੇहद ਜ਼ਰੂਰੀ ਹੈ। ਹੁਣ ਤੱਕ ਸਿਰਫ 27% ਆਬਾਦੀ ਨੇ ਹੀ ਬੂਸਟਰ डोज ਲਈ। ਇਹ खुराक लेना भी सब के लिए कंपलसरी है कि अगर हम क्राउडेड प्लेस में हैं, चाहे बाहर, जैसे मैं अब क्राउडिंग में आ गया हूं, तो मुझे मास्क लगाना है। अंदर भी अगर क्राउडिंग है तो वहां भी हमने मास्क लगाना है। इसी प्रकार सोशल डिस्टेंसिंग की जो एडवाइजरी अभी तक है आपके समक्ष, उसका ख्याल रखिए। जो भी चल रहा है, जितना भी चल रहा है, वो ट्रांसमिशन की चेन रोकने में हम सबको मदद, क्योंकि ये तो यूनिवर्सल वैक्सीन है। एक्सपर्ट्स के मुताबिक भारत वर्गे देश ਨੂੰ ਖਤਰਾ ਨਹੀਂ ਹੈ, ਕਿਉਂਕਿ ਸਾਡੇ ਦੇਸ਼ ਦੇ ਵਿੱਚ ਵੈਕਸੀਨੇਸ਼ਨ ਦੇ 3 ਰਾਉਂਡ ਹੋ ਚੁੱਕੇ ਨੇ। ਲੋਕਾਂ ਦੇ ਵਿੱਚ ਇਮਿਊਨਿਟੀ ਡਿਵੈਲਪ ਹੋ ਚੁੱਕੀ ਹੈ। ਕਰੋਨਾ ਤਾਂ ਭਾਰਤ ਦੇ ਵਿੱਚ ਹਰ ਥਾਂ ਹੋਵੇਗਾ, ਪਰ ਹੁਣ ਵੈਕਸੀਨ ਦੀ ਵਜ੍ਹਾ ਨਾਲ ਅਸਰ ਨਹੀਂ ਕਰ ਸਕੇਗਾ। ਤਾਂ ਦੇਸ਼ ਦੇ ਵਿੱਚ ਸਿਰਫ 27 ਲੋਕਾਂ ਨੇ ਜਿਹੜੀ 3rd ਬੂਸਟਰ ਡੋਜ਼ ਸੀ ਉਹ ਲਗਵਾਈ ਹੈ। ਜੇਕਰ ਤੁਸੀਂ ਨਹੀਂ ਲਗਵਾਈ ਤਾਂ ਲਗਵਾ ਲਵੋ, ਤਾਂ ਕਿ ਸਮਾਂ ਰਹਿੰਦੇ ਹੀ ਸਾਵਧਾਨੀ ਵਰਤੀ ਜਾ ਸਕੇ। ਹੁਣ ਗੱਲ ਚੀਨ ਦੀ ਵੀ। ਚੀਨ ਦੇ ਵਿੱਚ ਅਗਲੇ ਕੁਝ ਮਹੀਨਿਆਂ ਦੇ ਵਿੱਚ 80 ਕਰੋੜ ਲੋਕ ਕਰੋਨਾ ਦੇ ਨਾਲ ਇਨਫੈਕਟਡ ਹੋ ਸਕਦੇ ਨੇ। ਚੀਨ ਦੇ ਵਿੱਚ ਕਰੋਨਾ ਦੇ ਹਾਲਾਤ 2020 ਦੀ ਯਾਦ ਦਿਵਾ ਰਹੇ ਨੇ। ਹਸਪਤਾਲਾਂ ਦੇ ਵਿੱਚ ਸਾਰੇ ਬੈੱਡ ਭਰੇ ਹੋਏ ਨੇ। ਮੈਡੀਕਲ ਸਟੋਰਸ ਦੇ ਵਿੱਚ ਦਵਾਈਆਂ ਖਤਮ ਹੋ ਰਹੀਆਂ ਨੇ। ਮਰੀਜ਼ ਇਲਾਜ ਦੇ ਲਈ ਡਾਕਟਰ ਦੇ ਸਾਹਮਣੇ ਗੜਗੜਾਉਂਦੇ ਨਜ਼ਰ ਆਉਂਦੇ ਨੇ। ਬੀਜਿੰਗ ਦੇ ਸਭ ਤੋਂ ਵੱਡੇ ਸ਼ਮਸ਼ਾਨ ਦੇ ਵਿੱਚ 24 ਘੰਟੇ ਅੰਤਿਮ ਸੰਸਕਾਰ ਹੋ ਰਹੇ ਨੇ। ਇਹਨਾਂ ਦੀਆਂ ਤਸਵੀਰਾਂ ਵੀ ਆ ਰਹੀਆਂ ਨੇ। ਹਾਲਾਂਕਿ ਕਰੋਨਾ ਦੇ ਨਾਲ ਮੌਤਾਂ ਦੇ ਸਰਕਾਰੀ ਅੰਕੜੇ ਰੋਜ਼ਾਨਾ 5-10 ਹੀ ਦੱਸੇ ਜਾ ਰਹੇ ਨੇ, ਜਦੋਂ ਕਿ ਅਸਲ ਅੰਕੜਾ ਕਾਫੀ ਜ਼ਿਆਦਾ ਹੈ। ਚੀਨ ਦੇ ਵਿੱਚ ਕਰੋਨਾ ਪਾਬੰਦੀਆਂ ਦੇ ਵਿੱਚ ਢਿੱਲ ਤੋਂ ਬਾਅਦ ਕਰੋਨਾ ਦੀ ਰਫ਼ਤਾਰ ਤੇਜ਼ੀ ਨਾਲ ਵਧੀ। ਜ਼ੀਰੋ ਕੋਵਿਡ ਪਾਲਿਸੀ ਖਤਮ ਹੋਣ ਤੋਂ ਬਾਅਦ ਕੇਸਿਸ ਦੇ ਵਿੱਚ ਇਜ਼ਾਫਾ ਹੋ ਰਿਹਾ ਹੈ। ਹਾਲਾਤ ਇੰਨੇ ਗੰਭੀਰ ਨੇ ਕਿ ਹਸਪਤਾਲਾਂ ਦੇ ਸਾਰੇ ਬੈੱਡ ਭਰ ਚੁੱਕੇ ਨੇ। ਦਵਾਈਆਂ ਨਹੀਂ ਨੇ, ਜਿੱਥੇ ਦਵਾਈਆਂ ਮੌਜੂਦ ਨੇ ਉੱਥੇ ਲੰਬੀਆਂ ਕਤਾਰਾਂ ਨੇ। ਚੀਨ ਦੇ ਵਿੱਚ ਜ਼ੀਰੋ ਕੋਵਿਡ ਪਾਲਿਸੀ ਦੇ ਵਿਰੋਧ ਤੋਂ ਬਾਅਦ ਸਰਕਾਰ ਨੇ ਢਿੱਲ ਦਿੱਤੀ ਅਤੇ ਲਾਕਡਾਊਨ ਹਟਾਇਆ, ਪਰ ਹੁਣ ਇੱਥੇ ਸਥਿਤੀ ਖਰਾਬ ਹੁੰਦੀ ਨਜ਼ਰ ਆਉਂਦੀ ਹੈ। ਹਸਪਤਾਲਾਂ ਦੇ ਵਿੱਚ ਕਰੋਨਾ ਮਰੀਜ਼ਾਂ ਦਾ ਜਿਵੇਂ ਸੈਲਾਬ ਆ ਗਿਆ ਹੋਵੇ। ਖੈਰ ਚੀਨ ਦੇ ਵਿੱਚ ਇੱਕ ਵਾਰ ਫਿਰ ਤੋਂ ਇਹ ਅੰਕੜੇ ਡਰਾਉਣ ਲੱਗੇ ਨੇ, ਤੇ ਦੂਜੇ ਪਾਸੇ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਕੁਝ ਮਹੀਨਿਆਂ 'ਚ ਚੀਨ ਦੇ ਵਿੱਚ ਕਰੋਨਾ ਦਾ ਇੱਕ ਵਾਰ ਫਿਰ ਤੋਂ ਜ਼ਬਰਦਸਤ ਕਹਿਰ ਵੇਖਣ ਨੂੰ ਮਿਲ ਸਕਦਾ ਹੈ। ਤਾਂ ਜ਼ਰੂਰੀ ਹੈ ਕਿ ਸਾਵਧਾਨੀ ਅਸੀਂ ਭਾਰਤ ਦੇ ਵਿੱਚ ਵੀ ਜ਼ਰੂਰ ਪਹਿਲਾਂ ਤੋਂ ਹੀ ਰੱਖੀਏ। ਉਧਰ ਕਰੋਨਾ ਦੇ ਵਾਧੇ ਮਾਮਲਿਆਂ ਨੂੰ ਲੈ ਕੇ ਕੇਂਦਰ ਦੀ ਸਰਕਾਰ ਅਲਰਟ ਮੋਡ ਦੇ ਉੱਤੇ ਹੈ, ਤਾਂ ਉਧਰ ਪੰਜਾਬ ਦੀ ਮਾਨ ਸਰਕਾਰ ਵੀ ਖੁਦ ਨੂੰ ਤਿਆਰ ਦੱਸ ਰਹੀ ਹੈ। ਮਾਨ ਸਰਕਾਰ ਨੇ ਕਰੋਨਾ ਦੇ ਨਾਲ ਨਜਿੱਠਣ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਕਰਨ ਦਾ ਦਾਅਵਾ ਕੀਤਾ ਹੈ। ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਨੇ ਦੱਸਿਆ ਕਿ ਪੰਜਾਬ ਦੇ 16 ਜ਼ਿਲ੍ਹਿਆਂ ਦੇ ਵਿੱਚ ਕੋਈ ਵੀ ਪੋਜ਼ਿਟਿਵ ਕੇਸ ਨਹੀਂ ਹੈ। ਜਿਹੜੀ ਪੂਰਾ ਤਿਆਰੀ ਜਿਹੜੀ ਕੀਤੀ ਗਈ ਹੈ, ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਡੈਡੀਕੇਟਡ ਬਾਲ ਚਿਕਿਤਸਾ ਜਿਹੜੇ ਦੇਖਭਾਲ ਯੂਨਿਟ ਨੇ ਉਹਨਾਂ ਦੀ ਸਥਾਪਨਾ ਕੀਤੀ ਗਈ ਹੈ, ਔਰ 790 ਲੈਵਲ 2 ਔਰ ਪੈਡੀਆਟ੍ਰਿਕ ਆਕਸੀਜਨ ਸਮਰਪਿਤ ਬੈੱਡ ਅਤੇ 324 ICU ਬੈੱਡ ਨੇ ਜਿਹੜੇ ਉਹ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਇੱਕ ਪੈਡੀਆਟ੍ਰਿਕ ਸੈਂਟਰ ਆਫ ਐਕਸੀਲੈਂਸ ਦੀ ਸਥਾਪਨਾ ਕੀਤੀ। ਹਾਲ ਹੀ ਦੇ ਵਿੱਚ ਕੁੱਲ 9 ਕਰੋਨਾ ਇਨਫੈਕਟਡ ਮਰੀਜ਼ ਮਿਲੇ ਨੇ। ਇਹਨਾਂ ਦੇ ਵਿੱਚ ਜਲੰਧਰ ਤੋਂ 2, ਅੰਮ੍ਰਿਤਸਰ 'ਚ 1, ਗੁਰਦਾਸਪੁਰ 'ਚ 1, ਮੁਕਤਸਰ ਸਾਹਿਬ 'ਚ 2, ਰੋਪੜ ਦੇ ਵਿੱਚ 1, ਫਰੀਦਕੋਟ ਅਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ 1-1 ਮਰੀਜ਼ ਕਰੋਨਾ ਦਾ ਸਾਹਮਣੇ ਆਇਆ। ਖੈਰ ਜੋ ਅੰਕੜੇ ਨੇ ਉਹ ਬਹੁਤ ਜ਼ਿਆਦਾ ਤਾਂ ਪਰੇਸ਼ਾਨ ਕਰਨ ਵਾਲੇ ਨਹੀਂ ਨੇ, ਕਿਉਂਕਿ 9 ਕੇਸਿਸ ਬਹੁਤ ਜ਼ਿਆਦਾ ਪੂਰੇ ਪੰਜਾਬ 'ਚ ਨਜ਼ਰ ਨਹੀਂ ਆਉਂਦੇ। ਉਮੀਦ ਕਰਦੇ ਹਾਂ ਕਿ ਕੇਸਿਸ ਦੀ ਗਿਣਤੀ ਨਹੀਂ ਵਧੇਗੀ। ਦੂਜੇ ਪਾਸੇ ਉਮੀਦ ਇਹ ਵੀ ਹੈ ਕਿ ਇਸ ਨੂੰ ਲੈ ਕੇ ਸਾਵਧਾਨੀਆਂ ਅਸੀਂ ਸਾਰੇ ਜ਼ਰੂਰ ਵਰਤਾਂਗੇ, ਕਿਉਂਕਿ ਸਾਵਧਾਨੀ ਵਰਤਣ ਨਾਲ ਵੀ ਫਰਕ ਤਾਂ ਪੈਂਦਾ ਹੈ। ਉਧਰ ਕੇਂਦਰ ਸਰਕਾਰ ਨੇ ਰਾਹੁਲ ਗਾਂਧੀ ਤੋਂ ਭਾਰਤ ਜੋੜੋ ਯਾਤਰਾ ਰੋਕਣ ਦੀ ਅਪੀਲ ਕੀਤੀ। ਇਸ ਦੇ ਪਿੱਛੇ ਹਵਾਲਾ ਦਿੱਤਾ ਗਿਆ ਕਰੋਨਾ ਦਾ।
ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਰਾਹੁਲ ਨੂੰ ਲੈਟਰ ਲਿਖਿਆ ਜਿਸ ਦੇ ਵਿੱਚ ਕਿਹਾ ਗਿਆ ਕਿ ਦੇਸ਼ ਦੇ ਵਿੱਚ ਇੱਕ ਵਾਰ ਮੁੜ ਤੋਂ ਕੋਰੋਨਾ ਦਾ ਖਤਰਾ ਵਧਦਾ ਜਾ ਰਿਹਾ ਹੈ। ਹੈਲਥ ਐਮਰਜੈਂਸੀ ਵਰਗੇ ਹਾਲਾਤ ਨੇ ਦੇਸ਼ ਨੂੰ ਬਚਾਉਣ ਦੇ ਲਈ ਭਾਰਤ ਜੋੜੋ ਯਾਤਰਾ रोक दबो। भारत जोड़ो यात्रा जो ये राहुल गांधी जी और अशोक गहलोत जी कर रहे हैं और वहाँ तमाशा भी करते हैं, पता नहीं क्या क्या करके, और वहाँ भीड़ इकट्ठी करते हैं। पता है कि कोरोना वापस अपना पैर पसार रहा है, चाइना है, दूसरे देशों में है। या तो इसको गाइडलाइन के आधार पे इस भारत जोड़ो यात्रा को चलाए, नहीं तो इसको स्थगित करना चाहिए। ਸਰਕਾਰ ਦੀ ਅਪੀਲ ਦੇ ਉੱਤੇ ਕਾਂਗਰਸੀ ਆਗੂਆਂ ਦੀ ਮੰਨੀਏ ਤਾਂ ਹੁਣ ਤੱਕ ਕੋਵਿਡ ਪ੍ਰੋਟੋਕਾਲ ਨੂੰ ਲੈ ਕੇ ਕੋਈ ਨਿਯਮ ਨਹੀਂ ਆਇਆ। ਜੇਕਰ ਅਜਿਹਾ ਹੀ ਹੈ ਤਾਂ ਪਹਿਲਾਂ ਪਾਰਲੀਮੈਂਟ ਦੇ ਇਜਲਾਸ ਦੇ ਲਈ ਕੋਵਿਡ ਗਾਈਡਲਾਈਨਸ ਫॉलो ਹੋਣ। सतर चल रहा है, वहाँ तो कोई कोविड प्रोटोकॉल नहीं है। मैं सेंट्रल हॉल में भी बैठा था, कोई जहाज़ों में नहीं है, तो इस पे ही क्यों है? तो अगर कोविड का है उसका प्रोटोकॉल नॉर्म्स जारी करें तो हम फॉलो करेंगे। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਹਰਿਆਣਾ ਪਹੁੰਚ ਚੁੱਕੀ ਹੈ। ਰਾਜਸਥਾਨ ਦੇ ਵਿੱਚ ਭਾਰਤ ਜੋੜੋ ਯਾਤਰਾ ਦੇ ਵਿੱਚ ਵੱਡੀ ਭੀੜ ਵੇਖਣ ਨੂੰ ਮਿਲੀ। ਹਜ਼ਾਰਾਂ ਦੀ ਗਿਣਤੀ 'ਚ ਲੋਕ ਰਾਹੁਲ ਦੇ ਨਾਲ ਮਿਲਣ ਅਤੇ ਯਾਤਰਾ ਦੇ ਵਿੱਚ ਸ਼ਾਮਲ ਹੋਣ ਦੇ ਲਈ ਦੂਜੇ ਜ਼ਿਲ੍ਹਿਆਂ ਤੋਂ ਵੀ ਪਹੁੰਚੇ। ਹਰਿਆਣਾ ਦੇ ਵਿੱਚ ਵੀ ਉਹਨਾਂ ਦੇ ਨਾਲ ਸੈਂਕੜਿਆਂ ਦੀ ਭੀੜ ਚੱਲਦੀ ਨਜ਼ਰ ਆਈ। ਪਰ ਸਵਾਲ ਤਾਂ ਇਹ ਵੀ ਹੈ ਕਿ ਭੀੜ ਸਿਰਫ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਵਿੱਚ ਹੀ ਸੀਮਿਤ ਨਹੀਂ ਹੈ। ਕਿਸੇ ਮਾਲ ਚਲੇ ਜਾਓ, ਕਿਸੇ ਸਰਕਾਰੀ ਦਫ਼ਤਰ ਦੇ ਵਿੱਚ ਚਲੇ ਜਾਓ, ਉੱਥੇ ਭੀੜ ਹੀ ਭੀੜ ਨਜ਼ਰ ਆਉਂਦੀ ਹੈ। ਤਾਂ ਸਵਾਲ ਇਹ ਜ਼ਰੂਰ ਹੈ ਕਿ ਪ੍ਰੋਟੋਕਾਲ ਕੀ ਹਰ ਥਾਂ ਦੇ ਉੱਤੇ ਆਉਣ ਵਾਲੇ ਦਿਨਾਂ 'ਚ ਲਾਗੂ ਹੋ ਜਾਏਗਾ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਵਿਰੋਧੀ ਪਾਰਟੀਆਂ ਦੇ ਮੈਂਬਰਸ ਨੇ, ਪਾਰਲੀਮੈਂਟ ਮੈਂਬਰਸ ਨੇ ਚੀਨ ਸਰਹੱਦ ਵਿਵਾਦ ਦੇ ਉੱਤੇ ਪਾਰਲੀਮੈਂਟ ਦੇ ਵਿੱਚ ਗਾਂਧੀ ਪ੍ਰਤਿਮਾ ਦੇ ਸਾਹਮਣੇ ਪ੍ਰਦਰਸ਼ਨ ਕੀਤਾ। ਵਿਰੋਧੀ ਧਿਰਾਂ ਦੇ ਐਮਪੀਜ਼ ਨੇ ਸਰਕਾਰ ਤੋਂ ਮੰਗ ਕੀਤੀ ਕਿ ਤਵਾਂਗ ਝੜਪ ਮਾਮਲੇ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਵਿਸਥਾਰ ਨਾਲ ਚਰਚਾ ਹੋਵੇ। ਇਸ ਧਰਨੇ ਦੇ ਵਿੱਚ 12 ਵਿਰੋਧੀ ਪਾਰਟੀਆਂ ਦੇ ਐਮਪੀ ਸ਼ਾਮਲ ਰਹੇ। ਯੂਪੀਏ ਚੇਅਰਪਰਸਨ ਸੋਨੀਆ ਗਾਂਧੀ ਵੀ ਧਰਨੇ 'ਚ ਮੌਜੂਦ ਰਹੇ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਚੀਨ ਦੇ ਉੱਤੇ ਚਰਚਾ ਦੀ ਮੰਗ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੂੰ ਸੱਦਿਆ ਸੀ। यही है कि सदन में चर्चा चाहते हैं, जो चाइनीज आक्रमण कर रहा है उसके बारे में सदन को इंफॉर्मेशन दो, ताकि सदन के ओर से सारे देश के लोगों को मालूम हो। यही चर्चा अगर नहीं हुई, एक तरफा उत्तर हुआ, तो उसका क्या मतलब है? ਉਧਰ ਵਿਰੋਧੀ ਪਾਰਟੀਆਂ ਦੇ ਪ੍ਰਦਰਸ਼ਨ ਨੂੰ ਲੈ ਕੇ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜੀਜੂ ਨੇ ਕਾਂਗਰਸ ਦੇ ਆਗੂ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਸ਼ਾਸਨ ਕਾਲ ਨੂੰ ਯਾਦ ਕਰਵਾ ਦਿੱਤਾ। प्रधानमंत्री जी उस समय मनमोहन सिंह जी थे, तो दोनों ने बोला कि चाइना बॉर्डर का जो इशू होता है वो बहुत सेंसिटिव होता है, इसलिए पार्लियामेंट में चर्चा नहीं करके उसको इंटरनली डील करना चाहिए। 9 ਦਸੰਬਰ ਨੂੰ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਦੇ ਵਿੱਚ ਭਾਰਤ ਅਤੇ ਚੀਨੀ ਫੌਜੀਆਂ ਦੇ ਵਿਚਾਲੇ ਹਿੰਸਕ ਝੜਪ ਹੋਈ ਸੀ। ਇਸ ਨੂੰ ਲੈ ਕੇ ਵਿਰੋਧੀ ਧਿਰਾਂ ਲਗਾਤਾਰ ਕੇਂਦਰ ਸਰਕਾਰ ਤੇ ਹਮਲਾਵਰ ਨੇ ਅਤੇ ਪਾਰਲੀਮੈਂਟ ਦੇ ਵਿੱਚ ਚਰਚਾ ਦੀ ਮੰਗ ਹੋ ਰਹੀ ਹੈ। ਹਾਲਾਂਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਪਾਰਲੀਮੈਂਟ ਦੇ ਵਿੱਚ ਇਸ ਪੂਰੀ ਝੜਪ ਨੂੰ ਲੈ ਕੇ ਬਿਆਨ ਦੇ ਚੁੱਕੇ ਨੇ।